ਆਖਿਰ ਕੀ ਵਜ੍ਹਾ ਸੀ ਜੋ ਮੇਰਾ ਪਤੀ ਮੇਰੇ ਤੋਂ ਤਲਾਕ ਚਾਹੁੰਦਾ ਸੀ। ਜਦੋਂ ਮੈਂ ਰਾਤ ਨੂੰ ਘਰ ਪਹੁੰਚਿਆ ਤਾਂ ਮੇਰੀ ਪਤਨੀ ਨੇ ਖਾਣਾ ਲਗਾਇਆ। ਮੈਂ ਉਸਦੇ ਹੱਥ ਆਪਣੇ ਹੱਥ ਵਿੱਚ ਲਿਆ ਤੇ ਕਿਹਾ, ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ। ਉਹ ਸ਼ਾਂਤ ਬੈਠ ਕੇ ਖਾਣਾ ਖਾ ਰਹੀ ਸੀ। ਉਸਦੀਆਂ ਅੱਖਾਂ ਵਿੱਚ ਦਰਦ ਮੈਨੂੰ ਸਾਫ਼ ਨਜ਼ਰ ਆ ਰਿਹਾ ਸੀ। ਮੈਨੂੰ ਨਹੀਂ ਪਤਾ ਕਿ ਅਚਾਨਕ ਕਿਵੇਂ ਕਹਾਂ, ਪਰ ਮੈਂ ਉਸਨੂੰ ਦੱਸਣਾ ਸੀ। ਮੈਂ ਬੜੀ ਸ਼ਾਂਤੀ ਨਾਲ ਉਸਨੂੰ ਕਿਹਾ, ਮੈਨੂੰ ਤੇਰੇ ਤੋਂ ਤਲਾਕ ਚਾਹੀਦਾ ਹੈ। ਅਜਿਹਾ ਲੱਗਿਆ ਜਿਵੇਂ ਉਸਨੂੰ ਮੇਰੇ ਸ਼ਬਦਾਂ ਨਾਲ ਕੋਈ ਫਰਕ ਹੀ ਨਹੀਂ ਪਿਆ। ਸਗੋਂ ਉਸਨੇ ਮੈਨੂੰ ਪੁੱਛਿਆ ਕਿ ਕਿਉਂ ਤਲਾਕ ਚਾਹੀਦਾ ਹੈ। ਮੈਂ ਉਸਦੇ ਸਵਾਲ ਨੂੰ ਅਣਸੁਣਿਆ ਕਰ ਦਿੱਤਾ ਤਾਂ ਉਸਨੂੰ ਗੁੱਸਾ ਆ ਗਿਆ। ਉਸਨੇ ਪਾਣੀ ਦਾ ਗਲਾਸ ਸੁੱਟ ਦਿੱਤਾ ਤੇ ਜ਼ੋਰ ਨਾਲ ਚਿল্ਲਾਈ, ਤੂੰ ਇਨਸਾਨ ਨਹੀਂ ਹੈ। ਉਸ ਰਾਤ ਅਸੀਂ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ। ਉਹ ਰੋ ਰਹੀ ਸੀ। ਮੈਨੂੰ ਪਤਾ ਸੀ ਕਿ ਉਹ ਜਾਣਨਾ ਚਾਹੁੰਦੀ ਸੀ ਕਿ ਆਖਿਰ ਅਜਿਹਾ ਕੀ ਹੋਇਆ ਕਿ ਸਾਡਾ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਆ ਗਿਆ। ਪਰ ਮੇਰੇ ਲਈ ਉਸਦੇ ਸਵਾਲਾਂ ਦਾ ਜਵਾਬ ਦੇਣਾ ਨਾਮੁਮਕਿਨ ਸੀ। ਇਸ ਲਈ ਮੈਂ ਉਸਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ। ਹੁਣ ਮੈਂ ਕਿਸੇ ਹੋਰ ਨਾਲ ਪਿਆਰ ਕਰਨ ਲੱਗਿਆ ਸੀ। ਜਿਸ ਨਾਲ ਮੈਂ ਪਿਆਰ ਕਰਦਾ ਸੀ ਉਸਦਾ ਨਾਮ ਸੁਮਨ ਸੀ। ਹੁਣ ਮੈਨੂੰ ਮੇਰੀ ਪਤਨੀ ਨੇਹਾ ਨਾਲ ਪਿਆਰ ਨਹੀਂ ਰਿਹਾ ਸੀ। ਮੈਂ ਤਲਾਕ ਦੇ ਪੇਪਰ ਤਿਆਰ ਕੀਤੇ ਜਿਨ੍ਹਾਂ ਵਿੱਚ ਲਿਖਿਆ ਸੀ ਮੇਰੀ ਪਤਨੀ ਪੂਰਾ ਘਰ ਤੇ ਕੰਪਨੀ ਦੇ 50% ਸ਼ੇਅਰ ਲੈ ਸਕਦੀ ਹੈ ਇਸ ਤਲਾਕ ਦੇ ਬਦਲੇ ਵਿੱਚ। ਪਰ ਮੇਰੀ ਪਤਨੀ ਨੇ ਉਹ ਦੇਖੇ ਤੇ ਉਹਨਾਂ ਦੇ ਟੁਕੜੇ ਟੁਕੜੇ ਕਰ ਦਿੱਤੇ। ਉਹ ਔਰਤ ਜਿਸ ਨੇ ਮੇਰੇ ਨਾਲ ਜ਼ਿੰਦਗੀ ਦੇ 12 ਸਾਲ ਬਿਤਾਏ ਸਨ, ਉਹ ਮੇਰੇ ਲਈ ਅਣਜਾਣ ਹੋ ਚੁੱਕੀ ਸੀ। ਪਰ ਮੈਂ ਕੀ ਕਰਾਂ, ਜੋ ਹੋਣਾ ਸੀ ਉਹ ਹੋ ਗਿਆ। ਕਿਉਂਕਿ ਹੁਣ ਮੈਂ ਸੁਮਨ ਨੂੰ ਆਪਣੀ ਪਤਨੀ ਤੋਂ ਜ਼ਿਆਦਾ ਪਿਆਰ ਕਰਨ ਲੱਗਿਆ ਸੀ। ਆਖਿਰਕਾਰ ਮੇਰੀ ਪਤਨੀ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗੀ। ਤਲਾਕ ਦੀ ਇਹ ਗੱਲ ਜੋ ਕਈ ਦਿਨਾਂ ਤੋਂ ਮੈਨੂੰ ਪਰੇਸ਼ਾਨ ਕਰ ਰਹੀ ਸੀ, ਹੁਣ ਸਭ ਬਿਲਕੁਲ ਸਾਫ਼ ਹੋ ਚੁੱਕਿਆ ਸੀ। ਅਗਲੇ ਦਿਨ ਮੈਂ ਘਰ ਕਾफ़ੀ ਲੇਟ ਆਇਆ। ਮੈਂ ਦੇਖਿਆ ਕਿ ਮੇਰੀ ਪਤਨੀ ਨੇਹਾ ਸੋਫੇ 'ਤੇ ਬੈਠੀ ਕੁਝ ਲਿਖ ਰਹੀ ਸੀ। ਮੈਂ ਰਾਤ ਦਾ ਖਾਣਾ ਨਹੀਂ ਖਾਧਾ ਅਤੇ ਸਿੱਧਾ ਆਪਣੇ ਕਮਰੇ ਵਿੱਚ ਚਲਾ ਗਿਆ, ਕਿਉਂਕਿ ਪੂਰਾ ਦਿਨ ਸੁਮਨ ਨਾਲ ਘੁੰਮਣ ਕਰਕੇ ਮੈਂ ਥੱਕ ਗਿਆ ਸੀ। ਮੇਰੀ ਪਤਨੀ ਉੱਥੇ ਹੀ ਲਿਖਦੇ ਲਿਖਦੇ ਸੌਂ ਗਈ। ਫਿਰ ਸਵੇਰੇ ਉੱਠਣ ਤੋਂ ਬਾਅਦ ਉਸਨੇ ਮੈਨੂੰ ਤਲਾਕ ਦੇਣ ਦੀ ਸ਼ਰਤ ਦੱਸੀ। ਉਹ ਮੈਥੋਂ ਕੁਝ ਵੀ ਲੈਣਾ ਨਹੀਂ ਚਾਹੁੰਦੀ ਸੀ। ਉਸਨੂੰ ਸਿਰਫ ਤਲਾਕ ਤੋਂ ਪਹਿਲਾਂ 1 ਮਹੀਨੇ ਦਾ ਸਮਾਂ ਚਾਹੀਦਾ ਸੀ। ਉਸਨੇ ਮੈਨੂੰ ਕਿਹਾ ਕਿ ਇਸ ਵਿੱਚ 1 ਮਹੀਨੇ ਵਿੱਚ ਅਸੀਂ ਦੋਨੋਂ ਉਹੀ ਪੁਰਾਣਾ ਜੀਵਨ ਜਿਉਵਾਂਗੇ ਜਿੰਨਾ ਸੰਭਵ ਹੋ ਸਕੇ। ਕਿ ਉਹ ਆਉਣ ਵਾਲੇ ਮਹੀਨੇ ਵਿੱਚ ਸਾਡੇ ਬੇਟੇ ਦੀ ਪ੍ਰੀਖਿਆ ਹੈ। ਮੇਰੀ ਪਤਨੀ ਨਹੀਂ ਚਾਹੁੰਦੀ ਸੀ ਕਿ ਸਾਡੇ ਟੁੱਟੇ ਰਿਸ਼ਤੇ ਦਾ ਪ੍ਰਭਾਵ ਬੱਚੇ ਦੀ ਪੜ੍ਹਾਈ 'ਤੇ ਪਵੇ। ਮੈਨੂੰ ਵੀ ਇਹ ਠੀਕ ਲੱਗਿਆ, ਪਰ ਉਹ ਕੁਝ ਹੋਰ ਵੀ ਚਾਹੁੰਦੀ ਸੀ ਕਿ ਜਿਵੇਂ ਵਿਆਹ ਵਾਲੇ ਦਿਨ ਮੈਂ ਉਸਨੂੰ ਚੁੱਕ ਕੇ ਕਮਰੇ ਤੱਕ ਲੈ ਕੇ ਗਿਆ ਸੀ, ਉਸੇ ਤਰ੍ਹਾਂ ਹਰ ਰੋਜ਼ 1 ਮਹੀਨਾ ਮੈਂ ਉਸਨੂੰ ਕਮਰੇ ਤੋਂ ਚੁੱਕ ਕੇ ਮੇਨ ਗੇਟ ਤੱਕ ਲੈ ਜਾਵਾਂ। ਮੈਨੂੰ ਲੱਗਿਆ ਇਹ ਪਾਗਲਪਨ ਹੈ, ਪਰ ਇਹਨਾਂ ਆਖਰੀ ਦਿਨਾਂ ਨੂੰ ਥੋੜ੍ਹਾ ਵਧੀਆ ਬਣਾਉਣ ਲਈ ਮੈਂ ਉਸਦੀ ਸ਼ਰਤ ਸਵੀਕਾਰ ਕਰ ਲਈ। ਮੈਂ ਸੁਮਨ ਨੂੰ ਆਪਣੀ ਪਤਨੀ ਦੀ ਸ਼ਰਤ ਦੱਸੀ ਤਾਂ ਉਹ ਹੱਸਣ ਲੱਗੀ। ਉਸਨੂੰ ਲੱਗਿਆ ਕਿ ਮੇਰੀ ਪਤਨੀ ਕਿੰਨੇ ਵੀ ਤਰੀਕੇ ਅਪਣਾ ਲਵੇ, ਤਲਾਕ ਤਾਂ ਹੋ ਕੇ ਹੀ ਰਹੇਗਾ। ਮੇਰੀ ਪਤਨੀ ਤੇ ਮੈਂ ਇਸ ਦੌਰਾਨ ਕਿਸੇ ਨੂੰ ਵੀ ਨਹੀਂ ਮਿਲੇ ਸੀ। ਪਰ ਉਸ ਦਿਨ ਜਦੋਂ ਮੈਂ ਉਸਨੂੰ ਪਹਿਲੀ ਵਾਰ ਕਮਰੇ ਤੋਂ ਗੇਟ ਤੱਕ ਚੁੱਕ ਕੇ ਲੈ ਕੇ ਆਇਆ, ਅਸੀਂ ਦੋਵੇਂ ਬਹੁਤ ਹੀ ਅਜੀਬ ਮਹਿਸੂਸ ਕਰ ਰਹੇ ਸੀ। ਪਰ ਸਾਡਾ ਬੇਟਾ ਇਹ ਦੇਖ ਕੇ ਬਹੁਤ ਖੁਸ਼ ਹੋ ਰਿਹਾ ਸੀ। ਅਗਲੇ ਦਿਨ ਇਹ ਕੰਮ ਥੋੜ੍ਹਾ ਆਸਾਨ ਹੋ ਗਿਆ। ਤੀਜੇ ਦਿਨ ਜਦੋਂ ਮੈਂ ਉਸਨੂੰ ਚੱਕਿਆ ਤਾਂ ਪੁਰਾਣੀਆਂ ਯਾਦਾਂ ਤਾਜ਼ਾ ਹੋਣ ਲੱਗੀਆਂ। ਚੌਥੇ ਤੇ 5ਵੇਂ ਦਿਨ ਪੁਰਾਣਾ ਪਿਆਰ ਫਿਰ ਜਾਗ ਉੱਠਿਆ। ਪਰ ਮੈਂ ਸੁਮਨ ਨੂੰ ਇਸ ਬਾਰੇ ਕੁਝ ਵੀ ਨਹੀਂ ਦੱਸਿਆ। ਹੁਣ ਉਸਨੂੰ ਚੁੱਕਣਾ ਹੋਰ ਵੀ ਸੌਖਾ ਹੋ ਗਿਆ ਸੀ। ਹੁਣ ਮੈਨੂੰ ਵੀ ਇਹ ਕਰਨਾ ਚੰਗਾ ਲੱਗਣ ਲੱਗਾ ਸੀ। ਇੱਕ ਮੇਰੀ ਪਤਨੀ ਆਪਣੀ ਪਸੰਦ ਦਾ ਸੂਟ ਕੱਢ ਰਹੀ ਸੀ, ਪਰ ਕੁਝ ਖਾਸ ਨਾ ਲੱਭ ਸਕੀ। ਉਸਨੇ ਮੈਨੂੰ ਕਿਹਾ ਕਿ ਮੇਰੇ ਸਾਰੇ ਕੱਪੜੇ ਖੁੱਲ੍ਹੇ ਹੋ ਗਏ ਹਨ। ਉਦੋਂ ਮੇਰਾ ਧਿਆਨ ਗਿਆ ਕਿ ਉਹ ਪਹਿਲਾਂ ਨਾਲੋਂ ਕਾਫ਼ੀ ਪਤਲੀ ਹੋ ਗਈ ਹੈ, ਇਸ ਲਈ ਹੁਣ ਮੈਂ ਉਸਨੂੰ ਆਸਾਨੀ ਨਾਲ ਚੁੱਕ ਲੈਂਦਾ ਹਾਂ। ਮੇਰੇ ਦਿਲ ਨੂੰ ਇੱਕ ਝਟਕਾ ਜਿਹਾ ਲੱਗਿਆ। ਉਸਨੇ ਆਪਣੇ ਦਿਲ ਵਿੱਚ ਕਿੰਨਾ ਦਰਦ ਛੁਪਾ ਰੱਖਿਆ ਸੀ। ਫਿਰ ਮੇਰਾ ਬੇਟਾ ਆਇਆ ਤੇ ਕਹਿਣ ਲੱਗਿਆ, ਪਾਪਾ ਇਹ ਤਾਂ ਮੰਮੀ ਨੂੰ ਚੱਕ ਕੇ ਲਿਜਾਣ ਦਾ ਸਮਾਂ ਹੈ। ਉਸ ਲਈ ਆਪਣੀ ਮੰਮੀ ਪਾਪਾ ਨੂੰ ਇਸ ਤਰ੍ਹਾਂ ਦੇਖਣਾ ਜੀਵਨ ਦਾ ਮਹੱਤਵਪੂਰਨ ਹਿੱਸਾ ਬਣ ਗਿਆ ਸੀ। ਮੇਰੀ ਪਤਨੀ ਨੇ ਸਾਡੇ ਬੇਟੇ ਨੂੰ ਬੁਲਾਇਆ ਤੇ ਉਸਨੂੰ ਜ਼ੋਰ ਨਾਲ ਗਲੇ ਲਗਾ ਲਿਆ। ਮੈਂ ਆਪਣਾ ਚਿਹਰਾ ਦੂਜੇ ਪਾਸੇ ਕਰ ਲਿਆ। ਮੈਨੂੰ ਲੱਗਿਆ ਕਿ ਕਿਤੇ ਮੈਂ ਆਪਣਾ ਫੈਸਲਾ ਨਾ ਬਦਲ ਦੇਵਾਂ। ਮੈਂ ਆਪਣੀ ਪਤਨੀ ਨੂੰ ਚੁੱਕਿਆ ਤੇ ਬਾਹਰ ਵੱਲ ਆਉਣ ਲੱਗਿਆ, ਪਰ ਉਸਦਾ ਇੰਨਾ ਘੱਟ ਵਜ਼ਨ ਮੈਨੂੰ ਪਰੇਸ਼ਾਨ ਕਰ ਰਿਹਾ ਸੀ। ਮਹੀਨੇ ਦੇ ਆਖਰੀ ਦਿਨ ਉਸਨੂੰ ਚੁੱਕ ਕੇ ਇੱਕ ਕਦਮ ਵੀ ਚੱਲਣਾ ਮੁਸ਼ਕਿਲ ਹੋ ਰਿਹਾ ਸੀ। ਸਾਡਾ ਬੇਟਾ ਸਕੂਲ ਜਾ ਚੁੱਕਿਆ ਸੀ। ਮੈਂ ਕਾਰ 'ਤੇ ਆਫਿਸ ਗਿਆ ਤੇ ਬਿਨਾਂ ਕਾਰ ਲੌਕ ਕੀਤੇ ਹੀ ਕਾਰ ਤੋਂ ਬਾਹਰ ਆ ਗਿਆ। ਮੈਨੂੰ ਡਰ ਸੀ ਕਿ ਕਿਤੇ ਇੱਕ ਪਲ ਦੀ ਦੇਰੀ ਮੇਰਾ ਇਰਾਦਾ ਨਾ ਬਦਲ ਦੇਵੇ। ਮੈਂ ਉੱਪਰ ਗਿਆ। ਸੁਮਨ ਨੇ ਦਰਵਾਜ਼ਾ ਖੋਲ੍ਹਿਆ। ਮੈਂ ਤੇ ਸੁਮਨ ਇੱਕ ਹੀ ਆਫਿਸ ਵਿੱਚ ਕੰਮ ਕਰਦੇ ਸੀ। ਮੈਂ ਸੁਮਨ ਨੂੰ ਕਿਹਾ, ਸੌਰੀ ਸੁਮਨ, ਹੁਣ ਮੈਂ ਆਪਣੀ ਪਤਨੀ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ। ਉਸਨੇ ਮੈਨੂੰ ਦੇਖਿਆ ਤੇ ਕਿਹਾ, ਤੇਰੀ ਤਬੀਅਤ ਠੀਕ ਹੈ ਨਾ? ਮੈਂ ਕਿਹਾ, ਮੇਰੀ ਤਬੀਅਤ ਬਿਲਕੁਲ ਠੀਕ ਹੈ। ਸੌਰੀ ਸੁਮਨ, ਸਾਡੀ ਸ਼ਾਦੀशुदा ਜ਼ਿੰਦਗੀ ਸ਼ਾਇਦ ਸਾਡੇ ਦੋਨਾਂ ਦੇ ਧਿਆਨ ਨਾ ਦੇਣ ਕਰਕੇ ਬੋਰਿੰਗ ਹੋ ਗਈ ਸੀ।
ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਇੱਕ ਦੂਸਰੇ ਨੂੰ ਪਿਆਰ ਨਹੀਂ ਕਰਦੇ। ਹੁਣ ਮੈਂ ਅਹਿਸਾਸ ਹੋ ਗਿਆ, ਜਿਸ ਦਿਨ ਮੈਂ ਉਸ ਨੂੰ ਵਿਆਹ ਕੇ ਆਪਣੇ ਘਰ ਲਿਆਇਆ ਸੀ, ਉਸ ਦਿਨ ਤੋਂ ਜ਼ਿੰਦਗੀ ਦੇ ਆਖਰੀ ਦਿਨ ਤੱਕ ਮੈਨੂੰ ਉਸ ਦਾ ਸਾਥ ਨਿਭਾਉਣਾ ਹੈ। ਸੁਮਨ ਦੇ ਹੋਸ਼ ਉੱਡ ਗਏ। ਉਸਨੇ ਮੇਰੀ ਗੱਲ 'ਤੇ ਜ਼ੋਰ ਨਾਲ ਥੱਪੜ ਮਾਰਿਆ। ਉਹ ਰੋਣ ਲੱਗੀ ਤੇ ਦਰਵਾਜ਼ਾ ਅੰਦਰ ਤੋਂ ਬੰਦ ਕਰ ਲਿਆ। ਮੈਂ ਥੱਲੇ ਆਇਆ ਤੇ ਕਾਰ ਵਿੱਚ ਬੈਠਾ ਫੁੱਲਾਂ ਦੀ ਦੁਕਾਨ 'ਤੇ ਰੁਕ ਕੇ ਆਪਣੀ ਪਤਨੀ ਲਈ ਫੁੱਲ ਲਏ। ਉਸ ਸ਼ਾਮ ਜਦੋਂ ਮੈਂ ਘਰ ਆਇਆ, ਮੈਂ ਬਹੁਤ ਖੁਸ਼ ਸੀ। ਮੈਂ ਆਪਣੀ ਪਤਨੀ ਨੂੰ ਮਿਲਣ ਲਈ ਆਪਣੇ ਕਮਰੇ ਵੱਲ ਗਿਆ, ਪਰ ਉਦੋਂ ਤੱਕ ਤਾਂ ਉਹ ਮੈਨੂੰ ਛੱਡ ਕੇ ਇਸ ਦੁਨੀਆ ਤੋਂ ਜਾ ਚੁੱਕੀ ਸੀ, ਹਮੇਸ਼ਾ ਲਈ। ਉਹ ਪਿਛਲੇ ਕਈ ਮਹੀਨਿਆਂ ਤੋਂ ਇੱਕ ਗੰਭੀਰ ਬਿਮਾਰੀ ਨਾਲ ਲੜ ਰਹੀ ਸੀ, ਪਰ ਮੈਂ ਸੁਮਨ ਨਾਲ ਇੰਨਾ ਖੋਇਆ ਹੋਇਆ ਸੀ ਕਿ ਕਦੇ ਧਿਆਨ ਹੀ ਨਹੀਂ ਦਿੱਤਾ। ਮੇਰੀ ਪਤਨੀ ਨੂੰ ਪਤਾ ਸੀ ਕਿ ਉਹ ਜਲਦੀ ਹੀ ਮੈਨੂੰ ਛੱਡ ਕੇ ਜਾਣ ਵਾਲੀ ਹੈ, ਇਸ ਲਈ ਉਹ ਮੇਰੇ ਤੇ ਮੇਰੇ ਬੇਟੇ ਦੇ ਰਿਸ਼ਤੇ ਨੂੰ ਟੁੱਟਣ ਤੋਂ ਬਚਾਉਣਾ ਚਾਹੁੰਦੀ ਸੀ ਤੇ ਮੈਂ ਉਸ ਤੋਂ ਤਲਾਕ ਲੈਣਾ ਚਾਹੁੰਦਾ ਸੀ। ਪਰ ਫਿਰ ਵੀ ਉਸਨੇ ਮੈਨੂੰ ਮੇਰੀ ਬੇਟੀ ਦੀਆਂ ਨਜ਼ਰਾਂ ਵਿੱਚ ਇੱਕ ਚੰਗਾ ਪਤੀ ਤੇ ਚੰਗਾ ਪਿਤਾ ਬਣਾ ਹੀ ਦਿੱਤਾ। ਇਹ ਸਭ ਕੁਝ ਉਸਨੇ ਇੱਕ ਚਿੱਠੀ ਵਿੱਚ ਲਿਖਿਆ ਹੋਇਆ ਸੀ, ਪਰ ਮੈਂ ਆਪਣੇ ਕੀਤੇ 'ਤੇ ਬਹੁਤ ਪਛਤਾ ਰਿਹਾ ਸੀ, ਕਿਉਂਕਿ ਜੇ ਮੈਂ ਆਪਣੀ ਸ਼ਾਦੀशुदा ਜ਼ਿੰਦਗੀ ਤੇ ਪਤਨੀ ਵੱਲ ਥੋੜ੍ਹਾ ਧਿਆਨ ਦਿੱਤਾ ਹੁੰਦਾ ਤੇ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਕੇ ਗਲਤ ਰਾਹ ਨਾ ਪਿਆ ਹੁੰਦਾ, ਤਾਂ ਅੱਜ ਮੇਰੇ ਬੱਚੇ ਦੀ ਮਾਂ ਤੇ ਮੇਰੀ ਪਤਨੀ ਮੇਰੇ ਨਾਲ ਹੁੰਦੀ। ਮੈਂ ਤਾਂ ਉਸ ਨਾਲ ਉਸਦਾ ਦੁੱਖ ਵੀ ਨਾ ਵੰਡਾ ਸਕਿਆ। ਉਹ ਤਾਂ ਬਿਨਾਂ ਗਲਤੀ ਕੀਤੇ ਸਜ਼ਾ ਭੁਗਤ ਰਹੀ ਸੀ। ਇਸ ਸਭ ਲਈ ਮੈਂ ਹੀ ਜ਼ਿੰਮੇਵਾਰ ਹਾਂ। ਕਾਸ਼ ਕਿਤੇ ਮੈਂ ਬੀਤਿਆ ਸਮਾਂ ਵਾਪਸ ਲੈ ਆਉਂਦਾ ਤੇ ਫਿਰ ਤੂੰ ਆਪਣੀ ਪਤਨੀ ਨਾਲ ਹੱਸਦੀ ਖੇਡਦੀ ਜ਼ਿੰਦਗੀ ਜਿਉ ਸਕਦਾ। ਕਾਸ਼ ਕਿਤੇ ਜ਼ਿੰਦਗੀ ਇੱਕ ਮੌਕਾ ਦੇ ਦੇਵੇ ਤਾਂ ਜੋ ਮੈਂ ਆਪਣੀ ਪਤਨੀ ਨੂੰ ਦੁੱਖ ਤਕਲੀਫ ਦਿੱਤੀ ਹੈ ਉਸ ਤੋਂ ਵਾਪਸ ਲੈ ਸਕਾਂ। ਕਾਸ਼। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ। ਜੇ ਵਧੀਆ ਲੱਗੀ ਹੈ ਤਾਂ ਪਲੀਜ਼ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।